ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਕੈਨੇਡਾ ਤੋਂ ਰਿਫਿਊਜ਼ਲ ਆ ਰਹੀ ਹੈ, ਆਸਟ੍ਰੇਲੀਆ ਬੰਦ ਹੈ। ਅਜਿਹੇ ਵਿੱਚ USA ਚਰਚਾ ਦਾ ਵਿਸ਼ੇ ਬਣਿਆ ਹੈ। ਸੋ ਅੱਜ ਜਾਣਨ ਦੀ ਕੋਸ਼ਿਸ਼ ਕਰਾਂਗੇ USA ਦੀ ਕਰੰਟ ਸਿਚੁਏਸ਼ਨ ਐਜ਼ ਫਾਰ ਐਜ਼ ਸਟੱਡੀ ਵੀਜ਼ਾ ਇਜ਼ ਕੰਸਰਨਡ ਕੀ ਹੈ। ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ब्रॉडवे इमीग्रेशन के मैनेजिंग डायरैक्टर अमरजीत सिंह कंवर साहब, स्वागत। थैंक यू दीपू। प्रोग्राम देख रहे सारे दोस्तों को सत श्री अकाल। कंवर साहब, USA स्टडी वीज़ा अज की डेट च कित्थे स्टैंड करता है, की नवे अपडेट्स ने, किन्ना अप्लाई हो रहा है ते किद्दां दे रिजल्ट्स आ रहे? देखो US बड़ा शॉकिंग जिहा सिनारियो इस टाइम चल रहा है क्योंकि US काफ़ी देर तो बंद सी। सो उदों सिनारियो अलग सी। हुण US खुला है तो एक चीज़ तो देखने को मिल रही है कि सक्सैस रेट ਪਹਿਲਾਂ ਨਾਲੋਂ ਕਾਫੀ ਅਪ ਹੈ। ਪਹਿਲਾਂ ਜੋ ਸਕਸੈਸ ਰੇਟ ਪੰਜਾਬ ਦੇ ਬੱਚਿਆਂ ਨੂੰ ਮਿਲਦਾ ਸੀ ਉਹਦੇ ਰਿਲੇਟਡ ਅਗਰ ਕੰਪੇਅਰ ਕੀਤਾ ਜਾਵੇ ਤਾਂ ਕਾਫੀ ਪੋਜ਼ਿਟਿਵ ਰਿਜ਼ਲਟ ਇਸ ਟਾਈਮ US ਤੋਂ ਦੇਖਣ ਨੂੰ ਮਿਲ ਰਿਹਾ। ਲੇਕਿਨ ਹਾਂ, US ਅਪਲਾਈ ਕਰਨ ਲੱਗੇ ਆਪਾਂ ਨੂੰ ਪ੍ਰੋਫਾਈਲ ਤੇ ਧਿਆਨ ਰੱਖਣ ਦੀ ਵੀ ਬਹੁਤ ਲੋੜ ਹੈ। ਕੋਰਸ ਰੈਲੇਵੈਂਸੀ ਦੀ ਬਹੁਤ ਇੰਪੋਰਟੈਂਸ ਹੈ ਔਰ ਇੰਟਰਵਿਊ ਜ਼ਰੂਰ ਹੁੰਦੀ ਹੈ। ਸੋ ਕਮਿਊਨੀਕੇਸ਼ਨ ਸਕਿੱਲ ਇੱਥੇ ਮੈਟਰ ਕਰਦੀਆਂ ਨੇ ਕਿ ਜਿੰਨਾ ਅੱਛਾ ਤੁਹਾਡਾ ਕਮਿਊਨੀਕੇਸ਼ਨ ਸਕਿੱਲ ਹੋਊਗਾ। ਔਰ ਸ਼ਾਇਦ ਇਹ ਰਿਜ਼ਲਟ ਇਸ ਲਈ ਵੀ ਚੰਗੇ ਦਿਖ ਰਹੇ ਨੇ ਕਿ ਬਹੁਤ ਸਾਰੇ ਬੱਚੇ ਜਿਹੜੇ ਕੈਨੇਡਾ ਰਿਫਿਊਜ਼ ਨੇ ਉਹ US ਅਟੈਂਪਟ ਕਰ ਰਹੇ ਨੇ ਕਿਉਂਕਿ ਉਹ ਆਲਰੇਡੀ ਇੰਗਲਿਸ਼ 'ਚ ਵੈਲ ਵਰਸ ਹੁੰਦੇ, ਉਹਨਾਂ ਨੇ 6 ਬੈਂਡ ਲਏ ਹੀ ਹੁੰਦੇ ਆ, 6 ਈਚ ਵਰਗਾ ਸਕੋਰ ਹੁੰਦਾ ਹੈ। ਸੋ ਕਮਿਊਨੀਕੇਸ਼ਨ ਉਹਨਾਂ ਦੀ ਕਾਫੀ ਸਟਰੋਂਗ ਹੁੰਦੀ ਹੈ। ਸੋ ਤਾਂ ਕਰਕੇ ਵੀ ਸ਼ਾਇਦ ਜਿਹੜਾ ਰਿਜ਼ਲਟ ਹੈ ਉਹ ਆਪਾਂ ਨੂੰ ਜ਼ਿਆਦਾ ਸਟਰੋਂਗ ਜਿਹੜਾ US 'ਚੋਂ ਇਸ ਟਾਈਮ ਦੇਖਣ ਨੂੰ ਮਿਲ ਰਿਹਾ। ਸੋ USA ਜਿਹੜੇ ਅਪਲਾਈ ਕਰਨਾ ਚਾਹੁੰਦੇ ਨੇ ਕੀ ਆਇਲਸ ਕਰਨ? ਆਇਲਸ ਮੈਂਡੇਟਰੀ ਨਹੀਂ ਗੀ US ਦੇ ਵਿੱਚ। ਆਪਣੀ ਜਿਹੜੀ ਇੰਟਰਵਿਊ ਕਲੀਅਰ ਕਰਨ ਹਾਂ, ਉਹਦੇ ਲਈ ਇੰਗਲਿਸ਼ ਹੋਣੀ ਬਹੁਤ ਜ਼ਰੂਰੀ ਹੈ। ਔਰ ਹਾਂ, ਕਈ ਯੂਨੀਵਰਸਿਟੀਆਂ ਦੇ ਵਿੱਚ ਆਈਲੈਟਸ ਦੀ ਰਿਕੁਆਇਰਮੈਂਟ ਵੀ ਹੈਗੀ ਹੈ। ਸੋ ਡਿਪੈਂਡਸ ਕਿ ਤੁਸੀਂ ਕਿਹੜੇ ਇੰਸਟੀਚਿਊਟ 'ਚ ਅਪਲਾਈ ਕਰਦੇ ਹੋ। ਅਗਰ ਤੁਹਾਡੇ ਕੋਲ ਆਇਲਸ ਆ ਆਲਰੇਡੀ ਤਾਂ ਡੈਫੀਨੇਟਲੀ ਫਿਰ ਤੁਹਾਡੇ ਕੋਲ ਆਪਸ਼ਨਸ ਜ਼ਿਆਦੀਆਂ ਹੋਣਗੀਆਂ ਐਡਮਿਸ਼ਨ ਲੈਣ ਦੇ ਲਈ, ਅੱਛੀਆਂ ਯੂਨੀਵਰਸਿਟੀਜ਼ ਮਿਲ ਸਕਣਗੀਆਂ। ਸੋ ਪ੍ਰੋਬੈਬਿਲਿਟੀ ਆਫ I-20 ਐਂਡ ਆਲ ਦੈਟ ਪ੍ਰੋਸੈਸ ਉਹ ਜ਼ਿਆਦਾ ਬਿਹਤਰ ਰਹੂਗੀ, ਜ਼ਿਆਦਾ ਸਟਰੋਂਗ ਪ੍ਰੋਫਾਈਲ ਆਪਣਾ ਵੀ ਬਣੂਗਾ ਔਰ ਪ੍ਰੈਜ਼ੈਂਟ ਕਰਨ ਲੱਗੇ ਵੀ ਵੀਜ਼ਾ ਆਫਿਸਰ ਤੁਹਾਡੇ 'ਚ ਜ਼ਿਆਦਾ ਕੌਨਫੀਡੈਂਸ ਜਿਹੜਾ ਉਹ ਪ੍ਰੋਫਾਈਲ ਨੂੰ ਲੈ ਕੇ ਰੱਖੂਗਾ। ਸੋ ਫਰਕ ਬਹੁਤ ਪੈਂਦਾ ਉਹਦੇ ਨਾਲ। ਤਾਂ ਅਮਰਜੀਤ ਜੀ, ਟੋਫਲ ਦੀ ਲੋੜ ਕਿਹਨੂੰ ਹੁੰਦੀ ਹੈ? ਟੋਇਫਲ, ਆਇਲਸ, PT ਇਹ ਸਭ ਇੱਕ ਹੀ ਚੀਜ਼ ਹੈ। ਇੰਗਲਿਸ਼ ਦੇ ਅਲੱਗ-ਅਲੱਗ ਐਗਜ਼ਾਮਸ ਨੇ, ਇਹਨਾਂ 'ਚੋਂ ਕੁਝ ਵੀ ਹੋਵੇ। US 'ਚ ਜ਼ਿਆਦਾਤਰ ਬੱਚੇ ਟੋਇਫਲ ਕਰਦੇ ਆ, ਇਹ ਇੱਕ ਪੁਰਾਣਾ ਟ੍ਰੈਂਡ ਚੱਲਿਆ ਆ ਰਿਹਾ। ਬਾਕੀ ਕੰਟਰੀਜ਼ ਲਈ ਬੱਚੇ ਜ਼ਿਆਦਾ ਆਇਲਸ ਕਰਦੇ ਆ। ਬਟ ਤੁਸੀਂ ਕੋਈ ਵੀ ਐਗਜ਼ਾਮ ਕੀਤਾ ਹੋਵੇ, ਉਹ ਦੋਨੋਂ ਹੀ ਐਗਜ਼ਾਮ ਅਸੈਪਟੇਬਲ ਹੈ ਔਰ ਉਹਨਾਂ ਦਾ ਤੁਸੀਂ ਪ੍ਰੋਸੀਡ ਕਰ ਸਕਦੇ ਹੋ। ਐਡਮਿਸ਼ਨ ਲਈ ਵੀ ਪ੍ਰੋਸੀਡ ਕਰ ਸਕਦੇ ਹੋ ਔਰ ਵੀਜ਼ਾ ਲਈ ਵੀ ਕਰ ਸਕਦੇ ਹੋ। ਸੋ ਮੇਰਾ ਨੈਕਸਟ ਸਵਾਲ ਹੈ ਕਿ USA ਜੇ ਸਟੂਡੈਂਟ ਕੋਈ ਜਾਣਾ ਚਾਹੁੰਦਾ ਹੈ, ਕਿਹੜੇ ਇਨਟੇਕ ਵਾਸਤੇ ਜਾਵੇ ਤੇ ਕੀ ਐਕਸਪੈਕਟੇਸ਼ਨਸ ਲੈ ਕੇ ਜਾਵੇ? ਦੇਖੋ, ਹੁਣ ਤੁਸੀਂ ਅਪਲਾਈ ਕਰਦੇ ਆ, ਇਟਸ ਜੁਲਾਈ। ਸੋ ਜਨਵਰੀ ਸੈਪਟੈਂਬਰ ਇਨਟੇਕ ਵੀ ਕਿਤੇ ਨਾ ਕਿਤੇ ਫੜਿਆ ਜਾ ਸਕਦਾ ਔਰ ਜਨਵਰੀ ਇਨਟੇਕ ਲਈ ਵੀ ਤੁਸੀਂ ਆਪਣੀ ਐਪਲੀਕੇਸ਼ਨ ਜਿਹੜੀਆਂ ਲਗਾ ਸਕਦੇ ਹੋ। ਕਈ ਯੂਨੀਵਰਸਿਟੀਆਂ ਦੀਆਂ ਕਲਾਸਿਸ ਅਕਤੂਬਰ 'ਚ ਵੀ ਨੇ। ਸੋ ਮਿਕਸ ਮੈਚ ਆ ਜਿਹੜਾ ਟਾਈਮ ਹੈ। ਬਟ ਹਾਂ, ਜਿੰਨੀ ਜਲਦੀ ਤੁਸੀਂ ਪ੍ਰੋਸੀਡ ਕਰੋਗੇ, ਕਿਉਂਕਿ ਨਾ ਕਰਦੇ ਵੀ 2 ਤੋਂ 3 ਹਫ਼ਤੇ I-20 ਰਿਸੀਵ ਕਰਨ 'ਚ ਲੱਗ ਜਾਂਦੇ ਆ ਕਿਉਂਕਿ ਹਫ਼ਤਾ ਤੱਕ ਦਾ ਬੱਚਾ ਡਾਕੂਮੈਂਟ ਪੂਰੇ ਕਰਨ 'ਤੇ ਲਾ ਦਿੰਦਾ, ਦੈਨ ਉਹ ਪ੍ਰੋਸੀਡ ਹੁੰਦੇ ਨੇ। ਸੋ ਹਫ਼ਤਾ 2 ਹਫ਼ਤੇ ਉਹਦੇ ਵਿੱਚ ਬਾਅਦ 'ਚ ਵੀ ਲੱਗ ਜਾਂਦੇ ਨੇ ਕਿ ਉਹਦਾ I-20 ਰਿਸੀਵ ਹੋ ਜੇ। ਬੈਨੀਫਿਟ ਔਰ ਟਾਈਮ ਇੱਥੇ ਬਚ ਜਾਂਦਾ ਹੈ ਕਿ ਹੁਣ I-20 ਜਿਹੜੀ ਈਮੇਲ ਦੇ ਥਰੂ ਆਉਂਦੀ ਹੈ ਉਹ ਅਸੈਪਟੇਬਲ ਹੈ, ਜੋ ਉਹਨਾਂ ਨੇ ਸਪੈਸ਼ਲੀ ਐਮਬੈਸੀ ਨੇ ਲਾਅ ਚੇਂਜ ਕਰਤਾ ਸੀ। ਸੋ ਆਪਾਂ ਨੂੰ ਹੁਣ ਕੋਰੀਅਰ ਵਾਲੀ ਜਿਹੜੀ I-20 ਉਹਦੀ ਵੇਟ ਕਰਨ ਦੀ ਲੋੜ ਨਹੀਂ ਪੈਂਦੀ। ਆਪਾਂ ਉਹਦੇ ਤੋਂ ਪਹਿਲਾਂ ਆਪਣੀ ਜਿਹੜੀ ਫਾਈਲ ਹੈ ਉਹ ਸਬਮਿਟ ਕਰ ਸਕਦੇ ਹਾਂ, ਇੰਟਰਵਿਊ ਲਈ ਜਾ ਸਕਦੇ ਹਾਂ। ਸੋ ਦੈਟ ਇਜ਼ ਅ ਗੁੱਡ ਪੁਆਇੰਟ ਆਫ ਇਟ। ਸੋ ਮੇਰਾ ਜਿਹੜਾ ਸਵਾਲ ਸੀ ਕਿ ਕੀ ਐਕਸਪੈਕਟੇਸ਼ਨਸ ਲੈ ਕੇ ਜਾਵੇ ਸਟੂਡੈਂਟ, ਉਹ ਇਸ ਕਰਕੇ ਸੀ ਕਿ ਜਿਹਨੇ USA ਜਾਣਾ ਹੁੰਦਾ ਉਹਨੂੰ ਸਾਰਾ ਕੁਝ ਪਤਾ ਹੁੰਦਾ, ਜਿਹਨੇ ਜਾਣਾ USA ਹੁੰਦਾ। ਹੁਣ ਉਹ ਕੈਟਾਗਰੀ ਦਾ ਸਟੂਡੈਂਟ ਵੀ ਅਪਲਾਈ ਕਰ ਸਕਦਾ ਹੈ ਜਿਹੜਾ ਜਾਂ ਤਾਂ ਕੈਨੇਡਾ ਤੋਂ ਰਿਫਿਊਜ਼ਡ ਹੈ ਜਾਂ ਰਿਫਿਊਜ਼ਲ ਦੇ ਟ੍ਰੈਂਡ ਨੂੰ ਦੇਖ ਕੇ ਕੈਨੇਡਾ ਫਾਈਲ ਨਹੀਂ ਲਗਾਈ, ਜਾਂ ਫਿਰ ਉਹਨੇ ਆਸਟ੍ਰੇਲੀਆ ਜਾਣਾ ਸੀ ਤੇ ਆਸਟ੍ਰੇਲੀਆ ਬੰਦ ਹੈ। ਉਹ ਸਟੂਡੈਂਟ ਜੇ ਜਾਵੇ ਜਿਹਨੂੰ ਨਹੀਂ ਪਤਾ ਹਜੇ ਬਹੁਤ ਜ਼ਿਆਦਾ ਦੇਖੋ, ਜਿਹੜਾ ਬੇਸਿਕ ਹੈ US ਦਾ, US ਦੀ ਕੰਟਰੀ ਬਾਰੇ ਤਾਂ ਦੱਸਣ ਦੀ ਕੋਈ ਜ਼ਿਆਦਾ ਲੋੜ ਨਹੀਂ, ਉਹ ਤਾਂ ਮੇਰੇ ਖਿਆਲ ਨਾਲ ਹਰ ਇੱਕ ਨੂੰ ਜੱਗ ਜ਼ਾਹਿਰ ਹੈ। ਬਟ ਪ੍ਰੋਸੈਸ ਨੂੰ ਲੈ ਕੇ ਗੱਲ ਕਰੀਏ ਆਪਾਂ ਤਾਂ, ਜੇ ਆਪਾਂ US ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਆਫਰ ਲੈਟਰ ਜਿੱਦਾਂ ਬਾਕੀ ਜਗ੍ਹਾ ਤੋਂ ਆਉਂਦਾ, ਇੱਥੇ ਉਹਨੂੰ I-20 ਕਿਹਾ ਜਾਂਦਾ ਹੈ। I-20 ਆਉਣ ਤੋਂ ਬਾਅਦ ਇੱਥੇ ਤੁਹਾਡੇ 2 ਪ੍ਰੋਸੈਸ ਬਚਦੇ ਨੇ ਸਿਰਫ। ਇੱਕ ਹੁੰਦਾ ਤੁਹਾਡੀ ਸਰਵਿਸ ਫੀ ਜਿਹੜੀ ਕਿ ਆਨਲਾਈਨ ਡਿਪੋਜ਼ਿਟ ਹੁੰਦੀ ਆ, ਔਰ ਇੱਕ ਤੁਹਾਡਾ ਐਮਬੈਸੀ ਦੀ ਫੀ ਜਿਹੜੀ ਆ ਆਨਲਾਈਨ ਡਿਪੋਜ਼ਿਟ ਹੋ ਜਾਂਦੀ ਹੈ। ਔਰ ਇਹਦੇ ਵਿੱਚ ਇੰਟਰਵਿਊ ਇਜ਼ ਮੈਂਡੇਟਰੀ ਪਾਰਟ ਹੈ ਕਿ ਹੋਏਗਾ ਹੀ ਹੋਏਗਾ ਔਰ ਉਹ ਦਿੱਲੀ ਜਾ ਕੇ ਤੁਹਾਨੂੰ ਦੇਣਾ ਪਏਗਾ। ਇਹ ਬੇਸਿਕ ਇਹਦੇ ਇੰਪੋਰਟੈਂਟ ਪਾਰਟ ਨੇ। ਗੁੱਡ ਪਾਰਟ ਇੱਕ ਇਹ ਵੀ ਇਹਦਾ ਕਿ ਇਹਦੇ ਵਿੱਚ ਤੁਹਾਡੀ ਫੀਸ ਪਹਿਲਾਂ ਟ੍ਰਾਂਸਫਰ ਨਹੀਂ ਹੁੰਦੀ। ਸੋ ਤੁਸੀਂ ਕਿਸੇ ਤਰ੍ਹਾਂ ਦੇ ਫਾਈਨੈਂਸ਼ੀਅਲ ਲਾਸ ਨਹੀਂ ਆਉਂਦੇ। ਤੁਹਾਨੂੰ ਪਹਿਲਾਂ ਹੀ ਪਤਾ ਜਿਹੜੀ ਮੇਰੀ ਫਿਕਸ ਕਾਸਟ ਆ ਉਹ ਤਕਰੀਬਨ 50,000 60,000 ਦੇ ਆਸ-ਪਾਸ ਦੀ ਮੇਰੀ ਇੱਕ ਫਿਕਸ ਕਾਸਟ ਆ ਵੀ ਦਿੱਲੀ ਜਾਣਾ, ਇੰਟਰਵਿਊ ਦੇਣੀ, I-20 ਦੀ ਫੀਸ ਦੇਣੀ, ਸਰਵਿਸ ਦੀ ਦੇਣੀ, ਐਮਬੈਸੀ ਫੀਸ ਦੇਣੀ, 50-60,000 ਦਾ ਇਹ ਖਰਚਾ ਹੈ।
ਉਸ ਤੋਂ ਇਲਾਵਾ ਕੋਈ ਖਰਚਾ ਨਹੀਂਗਾ। ਜਿਹੜੀ ਫੀਸ ਹੈ ਉਹ ਜਿੱਦਣ ਤੁਹਾਨੂੰ ਵੀਜ਼ਾ ਮਿਲੂਗਾ ਉਦੋਂ ਦੇਣੀ ਹੈ ਤੁਸੀਂ। ਔਰ ਇਹਦੇ ਵਿੱਚ ਜਿਹੜਾ US 'ਚ ਵੀਜ਼ਾ ਹੈ ਜੀ ਉਹ 5 ਸਾਲ ਦਾ ਹੀ ਮਿਲਦਾ ਹੈ ਹਮੇਸ਼ਾ। ਸੋ ਚਾਹੇ ਤੁਹਾਡੀ ਗ੍ਰੈਜੂਏਸ਼ਨ ਹੈ 3 ਸਾਲ ਦੀ ਔਰ ਚਾਹੇ ਮਾਸਟਰਸ ਹੈ 2 ਸਾਲ ਦੀ, ਜਿਹੜਾ ਤੁਹਾਨੂੰ ਸਟੱਡੀ ਵੀਜ਼ਾ ਮਿਲੂਗਾ ਉਹ 5 ਸਾਲ ਦਾ ਪੂਰਾ ਮਿਲੂਗਾ। ਕਹਿ ਲਓ ਕਿ ਉਹਦੇ ਵਿੱਚ ਹੀ ਤੁਹਾਡਾ ਪੋਸਟ ਸਟੱਡੀ ਵਰਕ ਵੀਜ਼ਾ ਹੋ ਜਾਂਦਾ ਹੈ। ਸੋ 5 ਸਾਲ ਦਾ ਫਿਕਸ ਵੀਜ਼ਾ ਲੈਂਥ ਇੱਥੇ ਮਿਲਦੀ ਹੈ। ਇਹ ਗੁੱਡ ਪਾਰਟ ਹੈ ਬੱਚਿਆਂ ਦਾ। ਉਸ ਤੋਂ ਬਾਅਦ ਸੇਮ ਜਿੱਦਾਂ UK ਆਸਟ੍ਰੇਲੀਆ 'ਚ ਤੁਹਾਡੇ ਕੋਲ ਜੌਬ ਹੋਵੇ, ਤੁਸੀਂ ਇਹਨੂੰ H1B ਕੈਟਾਗਰੀ 'ਚ ਲੈ ਕੇ ਅੱਗੇ ਆਪਣੇ ਵੀਜ਼ਾਸ ਨੂੰ ਕਨਵਰਟ ਕਰ ਸਕਦੇ ਹੋ, ਸੈਟਲਮੈਂਟ ਵਾਲੇ ਪਾਸੇ ਚੱਲ ਸਕਦੇ ਹੋ। ਲੇਕਿਨ ਡਿਗਰੀਜ਼ ਨੂੰ, ਆਪਣੀ ਕੁਆਲੀਫਿਕੇਸ਼ਨਸ ਨੂੰ ਇੱਥੇ ਖਤਮ ਕਰਨਾ ਜ਼ਰੂਰੀ ਹੋਊਗਾ ਅੱਗੇ ਵਧਣ ਦੇ ਲਈ US ਦੇ ਵਿੱਚ। ਸੋ ਵੀਜ਼ਾ ਲੈਣਾ ਬਹੁਤ ਸੌਖਾ ਹੈ, ਬਿਕੋਜ਼ ਇੱਕ ਤਾਂ ਲੰਬਾ ਚੌੜਾ ਪ੍ਰੋਸੈਸ ਨਹੀਂਗਾ, ਕਿਉਂਕਿ ਬਾਕੀ ਜਗ੍ਹਾ ਤੇ ਆਪਾਂ ਫਾਈਲ ਲਾਉਂਦੇ ਹਾਂ, ਫਿਰ ਆਪਾਂ ਮਹੀਨਾ 2-2 ਮਹੀਨੇ ਡੀਕਦੇ ਹਾਂ, ਜਾਂ ਕਿ UK ਦੀ ਵੀ ਗੱਲ ਕਰ ਲਈਏ ਤੇ 15 ਦਿਨ ਇੰਤਜ਼ਾਰ ਕਰਨਾ ਹੀ ਪੈਂਦਾ। ਬਟ US ਦੇ ਵਿੱਚ ਇਟਸ ਅ 5 ਮਿੰਟ ਡਿਸੀਜਨ। ਤੁਸੀਂ ਫਾਈਲ ਲੈ ਕੇ ਅੰਦਰ ਜਾਂਦੇ ਹੋ, ਇੰਟਰਵਿਊ ਹੁੰਦੀ ਹੈ ਔਰ ਬਾਹਰ ਆ ਜਾਂਦੇ ਹੋ, ਤੇ ਜਾਂ ਉਹਦੇ 'ਚ ਤੁਹਾਡਾ ਡਿਸੀਜਨ ਯੈਸ 'ਚ ਹੋ ਜਾਂਦਾ ਜਾਂ ਨੋ 'ਚ ਹੋ ਜਾਂਦਾ। ਉਹ ਡਿਪੈਂਡ ਕਰਦਾ ਹੁੰਦਾ ਹੁਣ ਤੁਹਾਡੀ ਇੰਟਰਵਿਊ ਦੇ ਉੱਤੇ। ਸੋ ਇੱਥੇ ਇੰਟਰਵਿਊ ਲਈ ਵੈਲ ਪ੍ਰੀਪੇਅਰਡ ਹੋ ਕੇ ਜਾਣਾ, ਉਸੇ ਵੇਲੇ ਮੌਕੇ ਤੇ ਉਹਨੂੰ ਆਨਸਰ ਦੇ ਦਿੱਤਾ ਜਾਂਦਾ ਹੈ। ਅਗਰ ਉਹਦਾ ਵੀਜ਼ਾ ਦੇਣਾ ਹੈ ਤੇ ਉਹ ਪਾਸਪੋਰਟ ਰੱਖਣਗੇ, ਅਗਰ ਵੀਜ਼ਾ ਨਹੀਂ ਦੇਣਾ ਤੇ ਉਹ ਪਾਸਪੋਰਟ ਵਾਪਸ ਭੇਜ ਦੇਣਗੇ ਨਾਲ ਹੀ। ਔਰ ਡਾਕੂਮੈਂਟਸ ਤੁਸੀਂ ਆਪਣੇ ਨਾਲ ਲੈ ਕੇ ਜਾਂਦੇ ਹੋ। ਸੋ ਜਿਹੜਾ ਪ੍ਰੋਸੈਸ ਹੈ ਉਹ ਬੱਚੇ ਦੇ ਉੱਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੁੰਦਾ, ਕਿਉਂਕਿ ਕਈ ਬੱਚੇ ਇੰਟਰਵਿਊਜ਼ ਨੂੰ ਬਹੁਤ ਕੈਜੂਅਲ ਲੈਂਦੇ ਆ। UK 'ਚ ਅਸੀਂ ਇੰਟਰਵਿਊ ਦੀ ਤਿਆਰੀ ਕਰਾਉਂਦੇ, ਸਾਨੂੰ ਪਤਾ ਹੈ ਬੱਚਾ ਬਹੁਤ ਉਹਨੂੰ ਰਿਲੈਕਸ ਜਿਹਾ ਗਿਣਦਾ। ਅਗਲੇ ਨੂੰ ਫੋਨ ਕਰੋ ਤਿਆਰ ਕਰਨ ਲਈ, ਕਹਿੰਦਾ ਜੀ ਮੈਂ ਤਾਂ ਸ਼ਹਿਰ ਹਾਂ, ਮੈਂ ਠਹਿਰ ਕੇ ਆਉਣਾ ਫਲਾਣਾ। ਸੋ ਉਹ ਜਿਹੜੀਆਂ ਇੰਟਰਵਿਊਜ਼ ਨੂੰ ਤੁਸੀਂ ਲਾਈਟਲੀ ਲੈਂਦੇ ਹੋ, ਤੁਹਾਨੂੰ ਮਹਿੰਗਾ ਪੈ ਸਕਦਾ। ਸੋ ਇੰਟਰਵਿਊ ਦੀ ਜਿਹੜੀ ਪ੍ਰੈਪਰੇਸ਼ਨ ਹੈ US ਲਈ, ਉਹ ਅੱਛੇ ਤਰੀਕੇ ਨਾਲ ਕਰਕੇ ਜਾਓ, ਕਿਉਂਕਿ ਇੰਟਰਵਿਊ ਹੁੰਦੀ ਸਿਰਫ 5-7 ਮਿੰਟ ਦੀ ਹੈ ਫੇਸ ਟੂ ਫੇਸ। ਬਟ ਹਾਂ, ਸਪੌਂਟੇਨੀਅਸ ਹੋਣਾ, ਮੌਕੇ ਤੇ ਜਵਾਬ ਦੇ ਪਾਉਣਾ, ਹਾਜ਼ਰ ਜਵਾਬੀ ਹੋਣੀ, ਆਪਣੇ ਪ੍ਰੋਫਾਈਲ ਦੀ ਅੱਛੀ ਨੌਲੇਜ ਹੋਣੀ, ਯੂਨੀਵਰਸਿਟੀ ਕੋਰਸ ਦੀ ਅੱਛੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ। ਬਹੁਤ ਲੰਬੇ ਆਨਸਰ ਉਹ ਤੁਹਾਡੇ ਤੋਂ ਐਕਸਪੈਕਟ ਨਹੀਂ ਕਰਦੇ, ਬਟ ਐਕੂਰੇਟ ਔਰ ਰਾਈਟ ਆਨਸਰ ਉਹ ਤੁਹਾਡੇ ਤੋਂ ਐਕਸਪੈਕਟ ਕਰਦੇ ਨੇ ਅਗਰ ਤੁਸੀਂ ਵੀਜ਼ਾ ਲੈਣਾ ਚਾਹੁੰਦੇ ਹੋ। ਸੋ ਦੋਸਤੋ, ਉਮੀਦ ਹੈ ਕਿ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਤੁਹਾਨੂੰ ਮਿਲੀ ਹੈ। ਤੁਹਾਨੂੰ ਜ਼ਰੂਰ ਇਹ ਇਨਫੋਰਮੇਸ਼ਨ ਕੰਮ ਆਈ ਹੋਏਗੀ। ਤੁਸੀਂ ਇਹਨੂੰ ਯੂਟਿਲਾਈਜ਼ ਕਰ ਸਕਦੇ ਹੋ ਤੇ ਪਲਾਨ ਕਰ ਸਕਦੇ ਹੋ USA ਜੇ ਤੁਸੀਂ ਅਪਲਾਈ ਕਰਨਾ। ਧੰਨਵਾਦ। ਥੈਂਕ ਯੂ। ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ।